ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ ਅਤੇ ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨ ਨੇ, ਸੈਂਟਰਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਢੇਰ ਸਾਰੀਆਂ ਲੋਕੇਸ਼ਨ ਦੀ ਜਾਣਕਾਰੀ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਇਸ ਦੇ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਹਨ, ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦਿੰਦੇ ਹਨ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਅੱਜ ਹੀ ਕਾਲ ਕਰੋ ਅਜੀਤ ਅਟਵਾਲ 559-376-4541 ਜਾਂ ਫਰਾਂਸਿਸਕੋ ਰਵੇਰਾ 559-800-0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਜਾਂ 408-272-5200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ 3 ਤਲਾਕ ਆਰਡੀਨੈਂਸ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ। ਦੇਖੋ, ਇੱਕ ਪਟੀਸ਼ਨ ਤੇ ਮੇਰੇ ਖਿਆਲ ਦੇ ਨਾਲ ਬੰਬੇ ਹਾਈ ਕੋਰਟ ਦੇ ਵਿੱਚ ਵੀ ਦਾਖਲ ਹੋਈ ਸੀਗੀ ਕੱਲ, ਤੇ ਦੂਸਰੀ ਹੋਣ ਆ ਗਈ ਆ। ਇਹਦਾ ਮਤਲਬ ਹੈ ਕਿ ਆਰਡੀਨੈਂਸ ਨੂੰ ਕਾਨੂੰਨੀ ਚੌਖਟੇ ਦੇ ਵਿੱਚ ਖੜਾ ਕਰ ਦਿੱਤਾ ਗਿਆ। ਆਰਡੀਨੈਂਸ ਜਿਹੜਾ ਜਾਰੀ ਕੀਤਾ ਗਿਆ ਸੀ ਇਹਨਾਂ ਵੱਲੋਂ, ਉਹ ਤੁਹਾਨੂੰ ਪਤਾ ਹੀ ਹੈ ਕਿ 3 ਤਲਾਕ ਦੇ ਮੁੱਦੇ ਤੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਇੱਕ ਸੋਚ ਰੱਖ ਕੇ ਚੱਲਦੀ ਪਈ ਆ, ਜਾਂ ਕਹੀਏ ਕਿ ਰਣਨੀਤਿਕ ਪੈਂਤੜਾ ਲੈ ਕੇ ਚੱਲਦੀ ਪਈ ਆ ਕਿ ਮੁਸਲਿਮ ਔਰਤਾਂ ਨੂੰ ਅਸੀਂ ਆਪਣੇ ਵੱਲ ਕਰ ਲਈਏ, ਸ਼ਾਇਦ ਉਹਦੇ ਲਈ ਕਾਹਲੀ ਕੀਤਾ ਗਿਆ। ਕਿਉਂਕਿ ਤੁਹਾਨੂੰ ਯਾਦ ਹੋਣਾ, ਸੁਪਰੀਮ ਕੋਰਟ ਦੇ ਵਿੱਚ ਇੱਕ ਲੰਮੀ ਚੌੜੀ ਸੁਣਵਾਈ ਹੋਈ ਸੀ। ਉਸ ਤੋਂ ਬਾਅਦ 3 ਤਲਾਕ ਵਾਲੇ ਮਾਮਲੇ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਏਦਾਂ ਕਰੋ ਕਿ ਇਹਦੇ ਤੇ ਕੋਈ ਕਾਨੂੰਨ ਲੈ ਕੇ ਆਓ। ਤਾਂ ਕਾਨੂੰਨ ਤੇ ਪਚੜਾ ਇਹ ਫਸ ਗਿਆ ਕਿ ਜਿਹੜਾ ਇਹਨਾਂ ਨੇ ਕਾਨੂੰਨ ਦਾ ਖਰੜਾ ਤਿਆਰ ਕੀਤਾ ਸੀਗਾ, ਉਹਦੇ 'ਚ ਕਾਂਗਰਸ ਨੇ ਜਾਂ ਕੁਛ ਵਿਰੋਧੀ ਧਿਰਾਂ ਨੇ ਤਰਮੀਮ ਸੁਝਾਏ ਸੀਗੇ, ਯਾਨੀ ਉਹਨਾਂ ਦੇ ਵਿੱਚ ਕੁਛ ਸੋਧਾਂ ਸੁਝਾਈਆਂ ਸੀਗੀਆਂ। ਉਹਨਾਂ ਨੇ ਅੜਿੱਕਾ ਪਾ ਲਿਆ, ਰੱਟਾ ਪਾ ਲਿਆ ਕਿ ਜਿਹੜੀਆਂ ਸਾਡੀਆਂ ਸੋਧਾਂ ਨੇ ਪਹਿਲਾਂ ਉਹਨਾਂ ਤੇ ਅਮਲ ਕੀਤਾ ਜਾਵੇ, ਉਸ ਤੋਂ ਬਾਅਦ ਅਸੀਂ ਇਹਨੂੰ ਪਾਸ ਹੋਣ ਦੇਵਾਂਗੇ। ਤਾਂ ਇਹਨਾਂ ਨੇ ਕੀ ਕੀਤਾ ਸੀਗਾ ਕਿ ਲੋਕ ਸਭਾ ਦੇ ਵਿੱਚ ਤੇ ਪਾਸ ਕਰਾ ਲਿਆ, ਤੁਹਾਨੂੰ ਪਤਾ ਉੱਥੇ ਮੈਜੋਰਟੀ ਇਹਨਾਂ ਦੇ ਕੋਲ। ਫਿਰ ਰਾਜ ਸਭਾ ਦੇ ਵਿੱਚ ਜਾ ਕੇ ਇਸ ਬਿੱਲ ਨੂੰ, ਇਸ ਕਾਨੂੰਨ ਨੂੰ ਬ੍ਰੇਕ ਲੱਗ ਗਈ। ਤਾਂ ਕਾਫੀ ਇਹਨਾਂ ਨੇ ਜ਼ੋਰ ਲਾਇਆ, ਹਿੱਲ ਲਾਇਆ ਕਿ ਕਿਸੇ ਤਰੀਕੇ ਦੇ ਨਾਲ ਇਹ ਬਿੱਲ ਨਿਕਲ ਜਾਵੇ। ਗੱਲ ਨਹੀਂ ਬਣੀ ਤਾਂ ਫਿਰ ਹਾਰ ਕੇ ਇਹਨਾਂ ਨੂੰ ਆਰਡੀਨੈਂਸ ਲਿਆਉਣਾ ਪੈਂਦਾ। ਆਰਡੀਨੈਂਸ ਦਾ ਜਿਵੇਂ ਆਪਾਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ ਕਿ ਸਿਰਫ 6 ਮਹੀਨੇ ਵਾਸਤੇ ਹੁੰਦਾ। ਉਸ ਤੋਂ ਬਾਅਦ ਫਿਰ ਤੁਹਾਨੂੰ ਇਹ ਸਭਾ ਦੇ ਵਿੱਚੋਂ, ਸਦਨ ਦੇ ਵਿੱਚੋਂ ਪਾਸ ਕਰਾਉਣਾ ਪੈਂਦਾ, ਨਹੀਂ ਤੇ ਫਿਰ ਆਰਡੀਨੈਂਸ ਜਿਹੜਾ ਉਹ ਮਿੱਟੀ ਹੋ ਜਾਂਦਾ। ਤਾਂ 6 ਮਹੀਨੇ ਤੁਹਾਨੂੰ ਪਤਾ ਹੀ ਹੈ ਜਿਹੜੇ ਬੜੇ ਮਹੱਤਵਪੂਰਨ ਹੈ। 6 ਮਹੀਨਿਆਂ 'ਚ ਸਾਰੀ ਖੇਡ ਜਿਹੜੀ ਆ ਉਹ ਖੇਡੀ ਜਾਣੀ ਹੈ। ਖੈਰ, ਇਸ ਆਰਡੀਨੈਂਸ ਨੂੰ ਵੀ ਚੈਲੰਜ ਕਰ ਦਿੱਤਾ ਗਿਆ, ਔਰ ਇਸ ਵਾਰੀ ਜਿਹੜਾ ਚੈਲੰਜ ਹੋਇਆ, ਮੈਨੂੰ ਇਹ ਤਾਂ ਨਹੀਂ ਪਤਾ ਕਿ ਬੰਬੇ ਹਾਈ ਕੋਰਟ ਜਿਹੜੀ ਸੰਸਥਾ ਨੇ ਕੀਤਾ ਸੀ, ਪਰ ਸੁਪਰੀਮ ਕੋਰਟ 'ਚ ਜਿਹੜੀ ਸੰਸਥਾ ਪਹੁੰਚੀ ਆ ਉਹ ਸੁੰਨੀ ਮੁਸਲਿਮ ਉਲੇਮਾ ਸੰਗਠਨ ਸਮਸਤ ਕੇਰਲ ਜਮੀਅਤ ਉਲ ਉਲੇਮਾ ਹੈ। ਤਾਂ ਉਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਹੈ, ਔਰ ਨਾਲ ਇਹ ਤਰਕ ਦਿੱਤਾ ਕਿ ਦੇਖੋ ਜਿਹੜਾ ਇਹ ਆਰਡੀਨੈਂਸ ਆ, ਇਹ ਆਰਟੀਕਲ ਜਿਹੜਾ ਕਿ ਫੰਡਾਮੈਂਟਲ ਰਾਈਟ ਦੇ ਵਿੱਚ ਆ ਜਾਂਦੇ ਆ, ਜਿੱਦਾਂ 14, 15, 21, ਉਹਨਾਂ ਦਾ ਉਲੰਘਣ, ਜਿਹੜੇ ਫੰਡਾਮੈਂਟਲ ਰਾਈਟਸ ਦਿੱਤੇ ਗਏ ਆ ਕਿਸੇ ਵੀ ਭਾਰਤੀ ਨਾਗਰਿਕ ਨੂੰ, ਇਹ ਆਰਡੀਨੈਂਸ ਜਿਹੜਾ ਅਸਲ ਦੇ ਵਿੱਚ ਇਹਨਾਂ ਦੀ ਉਲੰਘਣਾ ਕਰਦਾ। ਤੇ ਮੰਨ ਲਓ ਜੇ ਇਹ ਚੀਜ਼ ਸਾਬਤ ਕਰ ਦਿੰਦੇ ਇਹਨਾਂ ਦੇ ਵਕੀਲ ਜਾ ਕੇ ਉੱਥੇ ਆਪਣੀ ਤਰਕ ਦਲੀਲਤਾ ਦੇ ਨਾਲ ਇਸ ਚੀਜ਼ ਨੂੰ ਉੱਥੇ ਪ੍ਰਮਾਣਿਤ ਕਰ ਦਿੰਦੇ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਮੁਸ਼ਕਿਲ ਹੋ ਜਾਏਗੀ। ਖੈਰ, 2 ਚੀਜ਼ਾਂ ਨੇ ਕਿ ਇੱਕ ਤੇ ਇਹ ਦੇਖਣਾ ਹੋਊਗਾ ਕਿ ਉਦੋਂ ਤੱਕ ਕੀ ਸੰਸਦ ਦੇ ਵਿੱਚ ਇਹ ਕਾਨੂੰਨ ਜਿਹੜਾ ਪਾਸ ਹੁੰਦਾ ਦੁਬਾਰਾ, ਜਾਂ ਦੂਸਰਾ ਹੈ ਕਿ ਪਹਿਲਾਂ ਉੱਥੋਂ ਫੈਸਲਾ ਆਉਂਦਾ ਆਰਡੀਨੈਂਸ ਦਾ। ਤਾਂ 2 ਚੀਜ਼ਾਂ 'ਚੋਂ ਇੱਕ ਚੀਜ਼ ਜਿਹੜੀ ਪਹਿਲਾਂ ਹੁੰਦੀ ਆ ਉਹ ਇੰਤਜ਼ਾਰ ਕਰਨਾ ਪਊਗਾ। ਬਹਿਰਹਾਲ ਸਭ ਤੋਂ ਵੱਡੀ ਚੀਜ਼ ਵੇਖਣ ਵਾਲੀ ਇਸ ਕਾਨੂੰਨ ਦੇ ਵਿੱਚ ਜਾਂ ਇਸ ਆਰਡੀਨੈਂਸ ਦੇ ਵਿੱਚ ਇਹ ਆ ਕਿ ਇਹਨਾਂ ਨੇ ਇਹ ਕਰਾਰ ਦੇ ਦਿੱਤਾ ਕਿ ਭਾਈ ਜ਼ਮਾਨਤ ਜਿਹੜੀ ਆ ਉਹ ਨਹੀਂ ਲਈ ਜਾ ਸਕੇਗੀ। ਮਤਲਬ ਕਿ ਬੰਦਾ ਜਿਹੜਾ
ਉਹ ਅੰਦਰ ਜਾਊਗਾ। ਤਾਂ ਦੂਸਰੀ ਚੀਜ਼ ਜਿਹੜੀ ਇਹਨਾਂ ਨੇ ਕੀਤੀ ਆ ਕਿ 3 ਤਲਾਕ ਦੇ ਮਾਮਲੇ ਦੇ ਵਿੱਚ ਔਰਤ ਨੂੰ ਗੁਜ਼ਾਰਾ ਭੱਤਾ ਦੇਣਾ ਪਊਗਾ। ਪਰ ਰੌਲਾ ਇਹ ਆ ਕਿ ਜੇ ਮੰਨ ਲਓ ਬੰਦਾ ਜੇਲ੍ਹ ਦੇ ਵਿੱਚ ਚਲਾ ਜਾਂਦਾ ਕਿ ਇੱਕ ਪਾਸੇ ਤੇ ਕਾਨੂੰਨ ਜੇਲ੍ਹ 'ਚ ਘੱਲ ਰਿਹਾ ਬੰਦੇ ਨੂੰ, ਦੂਸਰੇ ਪਾਸੇ ਕਹਿੰਦਾ ਕਿ ਗੁਜ਼ਾਰਾ ਭੱਤਾ ਦਿਓ। ਹੁਣ ਜੇਲ੍ਹ ਦੇ ਵਿੱਚ ਕਿਹੜਾ ਬੰਦੇ ਤੱਕ ਚੱਲਣਗੇ ਉੱਥੇ? ਸੋ ਇਹ ਇੱਕ ਬਹੁਤ ਵੱਡਾ ਪਛੜਾ ਜਿਹਦੇ ਤੇ ਆ ਕੇ ਕਾਫੀ ਬਹਿਸ ਬਤਈਆ ਹੁੰਦਾ। ਸੋ ਦੇਖਦੇ ਹੁਣ ਸੁਪਰੀਮ ਕੋਰਟ ਦੁਬਾਰਾ ਇਸ ਮਾਮਲੇ ਨੂੰ ਕਿੱਦਾਂ ਲੈਂਦੀ, ਕਿਉਂਕਿ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਉਹ ਸੁਣਵਾਈ ਕਰ ਚੁੱਕੀ ਹੈ 3 ਤਲਾਕ ਦੇ ਮੁੱਦੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਭਾਰਤੀ ਜੁਡੀਸ਼ਰੀ ਨੂੰ ਵੱਜਿਆ ਜੱਜਾਂ ਪਿਆ ਤੋੜਾ। ਦੇਖੋ ਜਿਹੜਾ ਜੱਜਾਂ ਦਾ ਤੋੜਾ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਜਿਹੜੀ ਆ ਉਹ ਯਾਦ ਰੱਖਣੀ ਚਾਹੀਦੀ ਹੈ ਕਿ ਇੱਥੇ ਸੁਪਰੀਮ ਕੋਰਟ ਦੇ ਇੱਕ ਮੁਖੀ ਹੁੰਦੇ ਸਨ, ਚੀਫ ਜਸਟਿਸ ਹੁੰਦੇ ਸਨ PS ਠਾਕਰ। ਤਾਂ ਉਹ ਇੱਕ ਵਾਰੀ ਭਰੀ ਸਭਾ ਦੇ ਵਿੱਚ ਰੋ ਪਏ ਸੀ, ਕੇਂਦਰ ਦੇ ਹੱਥੋਂ ਦੁਖੀ ਹੋ ਕੇ ਉਹਨਾਂ ਦੀਆਂ ਅੱਖਾਂ ਛਲਕ ਪਈਆਂ। ਕਿਉਂਕਿ ਉਹ ਕਹਿੰਦੇ ਸੀਗੇ ਕਿ ਸਾਡੇ ਜੱਜਾਂ ਦਾ ਦਰਦ ਹੈ ਜਿਹੜਾ ਕੋਈ ਬੰਦਾ ਸੁਣਦਾ ਨਹੀਂ, ਕੋਈ ਸਮਝਦਾ, ਉਲਟਾ ਸਾਨੂੰ ਹਮੇਸ਼ਾ ਦਬਾਅ ਹੇਠ ਲਿਆਂਦਾ ਜਾਂਦਾ। ਕਦੇ ਸਾਡੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਵੀ ਵੇਖੋ ਕਿ ਕਿਸ ਤਰ੍ਹਾਂ ਇੱਕ ਜੱਜ ਹੈ ਜਿਹੜਾ ਉਹ ਫਾਈਲਾਂ ਦੇ ਹੇਠਾਂ ਦੱਬਿਆ, ਕਿੰਨਾ ਕੰਮ ਦਾ ਬੋਝ ਆ। ਉਦੋਂ ਥੋੜੀ ਜਿਹੀ ਬਹਿਸ ਚੱਲੀ ਸੀਗੀ ਸਾਡੇ ਇੰਡੀਆ ਦੇ ਵਿੱਚ, ਥੋੜੀ ਡਿਸਕਸ਼ਨ ਹੋਈ ਕਿ ਹਾਂ ਭਾਈ ਇਹ ਵੀ ਬੰਦੇ ਆ, ਆਖਰ ਜੁਡੀਸ਼ਰੀ ਨੂੰ ਠੀਕ ਕਰਨ ਦਾ ਜੇ ਦਬਾਅ ਇਹਨਾਂ ਤੇ ਹੈ ਤਾਂ ਘੱਟੋ ਘੱਟ ਪ੍ਰਬੰਧ ਵੀ ਕੀਤੇ ਜਾਣ ਨਾ, ਜੋ ਸਰਕਾਰ ਦੇ ਕਰਨ ਦਾ ਹੱਕ ਆ। ਤਾਂ ਉਦੋਂ ਇੱਕ ਚੀਜ਼ ਨਿਕਲ ਕੇ ਆਈ ਸੀਗੀ ਕਿ ਦੇਖੋ ਕੇਂਦਰ ਕਹਿ ਦਿੰਦੀ ਆ ਹੇਠਲੇ ਪੱਧਰ ਤੇ ਕਿ ਸੂਬੇ ਜੱਜ ਅਪੁਆਇੰਟ ਕਰਨ, ਜੱਜ ਕਹਿ ਦਿੰਦੇ ਸੂਬੇ ਕਹਿ ਦਿੰਦੇ ਆ ਕਿ ਜੱਜ ਜੀ ਅਪੁਆਇੰਟ ਕਰਨੇ ਤਾਂ ਪਹਿਲਾਂ ਤੁਸੀਂ ਪੈਸਾ ਦਿਓ, ਇੱਥੇ ਆ ਕੇ ਬਾਜੀ ਜਿਹੜੀ ਆ ਉਹ ਫਿਰ ਉੱਥੇ ਦੀ ਉੱਥੇ ਰੁਲ ਜਾਂਦੀ ਹੈ। ਤਾਂ ਹੁਣ ਇੱਕ ਚੀਜ਼ ਨਿਕਲ ਕੇ ਆਉਂਦੀ ਪਈ ਆ ਕਿ ਇਸ ਸਮੇਂ ਦੇਸ਼ ਦੀ ਸੁਪਰੀਮ ਕੋਰਟ, ਉਸ ਤੋਂ ਇਲਾਵਾ ਜਿਹੜੀਆਂ ਹਾਈ ਕੋਰਟਾਂ ਜਾਂ ਹੇਠਲੀਆਂ ਅਦਾਲਤਾਂ, ਉਹਦੇ ਵਿੱਚ 6160 ਜੱਜਾਂ ਦਾ ਟੋਟਾ ਹੈ ਜਾਂ ਕਹਿ ਲਈਏ ਕਿ ਤੋੜ ਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੰਨੇ ਜ਼ਿਆਦਾ ਜੱਜਾਂ ਦੀ ਤੋੜ ਆ, 6160 ਤਕਰੀਬਨ 6000। ਤਾਂ ਜੇ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ, ਇੱਥੇ ਵੀ 31 ਅਸਾਮੀਆਂ ਪ੍ਰਵਾਨਿਤ ਆ, ਇਹਦੇ ਵਿੱਚ ਵੀ 6 ਖਾਲੀ ਪਈ, ਯਾਨੀ ਇੱਥੇ ਵੀ ਟੋਟਾ ਹੈ ਜਿਹੜਾ ਉਹ 6 ਜੱਜਾਂ ਦਾ ਹੈਗਾ। ਹੁਣ ਸੁਪਰੀਮ ਕੋਰਟ 'ਚ ਹੀ ਦੇਖ ਲਓ ਕਿ 31 ਕੁੱਲ ਜੱਜ ਜਿਹੜੇ ਆ ਉਹ ਪ੍ਰਵਾਨਿਤ ਅਸਾਮੀਆਂ ਵਜੋਂ ਕੰਮ ਕਰਨਗੇ, ਤਾਂ ਉਹਦੇ ਵਿੱਚ ਵੀ ਕਿੰਨੇ ਘੱਟ ਆ, ਇੱਥੇ 6 25 ਕੰਮ ਕਰਦੇ ਆ। ਤੇ ਇਸ ਤੋਂ ਇਲਾਵਾ ਦੇਸ਼ ਦੀਆਂ ਜਿਹੜੀਆਂ ਹਾਈ ਕੋਰਟਾਂ ਨੇ, 24 ਹਾਈ ਕੋਰਟਾਂ ਮੇਰੇ ਖਿਆਲ ਦੇ ਨਾਲ 2 ਦਰਜੀਆਂ, ਤਾਂ ਇਹਨਾਂ ਦੇ ਵਿੱਚ ਵੀ 406 ਅਸਾਮੀਆਂ ਸਾਡੀ। ਹੇਠਲੀਆਂ ਅਦਾਲਤਾਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਤਾਦਾਦ ਜਿਹੜੀ ਆ ਉਹ ਲਗਭਗ 5800 ਦੀ ਆ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜੀ ਗਿਣਤੀ ਬਣਦੀ ਆ ਉਹ 6000 ਤੋਂ ਵੱਧ ਜੱਜਾਂ ਦੀ ਬਣਦੀ ਆ ਜਿਨ੍ਹਾਂ ਦਾ ਇਸ ਸਮੇਂ ਟੋਟਾ ਪਿਆ ਹੈ ਜੁਡੀਸ਼ਰੀ ਦੇ ਵਿੱਚ। ਦੂਜੀ ਚੀਜ਼ ਇਹ ਆ ਕਿ ਜੇ ਅਨੁਪਾਤ ਵੇਖੀਏ ਅਸੀਂ ਤਾਂ ਅਨੁਪਾਤ ਹੈਗਾ ਕਿ 10 ਲੱਖ ਭਾਰਤੀਆਂ ਪਿੱਛੇ ਸਿਰਫ 19 ਜੱਜ। ਜੇ ਆਪਾਂ ਅਨੁਪਾਤ ਦੇਖੀਏ 10 ਲੱਖ ਆਬਾਦੀ ਪਿੱਛੇ 19 ਜੱਜ ਆ। ਔਰ ਮੁਕੱਦਮੇਬਾਜ਼ੀ ਤੁਹਾਨੂੰ ਪਤਾ ਹੀ ਹੈ ਕਿ ਕਿੱਦਾਂ ਧੜ ਵੱਧ ਰਹੀ ਹੈ। ਸਾਡੇ ਪੰਜਾਬ 'ਚ ਦੇਖ ਲਓ ਤੇ ਕਿੰਨੇ ਮੁਕੱਦਮੇ ਜਿਹੜੇ ਡਾਈਵੋਰਸ ਦੇ ਆ ਜਿਹੜੇ ਉਹ ਹਰੇਕ ਸਾਲ ਜਾ ਕੇ ਉਹ ਜਾਂ ਤੇ ਵੂਮਨ ਸੈਲ 'ਚ ਲੱਗ ਜਾਂਦੇ ਆ ਜਾਂ ਅਦਾਲਤਾਂ 'ਚ ਜਾ ਕੇ ਲੱਗ ਜਾਂਦੇ। ਸੋ ਇਹਦੇ ਵਿੱਚ ਹੁਣ ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ 1987 ਦੇ ਵਿੱਚ ਲਾਅ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀਗੀ ਕਿ 10 ਜੱਜਾਂ ਦੀ ਗਿਣਤੀ ਨੂੰ ਵਧਾ ਕੇ, ਮਤਲਬ ਕਿ 10 ਲੱਖ ਜੱਜਾਂ 10 ਲੱਖ ਨਾਗਰਿਕਾਂ ਪਿੱਛੇ ਉਦੋਂ ਜਿਹੜੀ ਗਿਣਤੀ 10 ਜੱਜਾਂ ਦੀ ਹੈ ਉਹਨੂੰ ਵਧਾ ਕੇ 50 ਕੀਤਾ ਜਾਵੇ। ਤਾਂ ਹੁਣ ਤੁਸੀਂ ਦੇਖ ਲਓ ਕਿ 1987 ਤੋਂ ਚੱਲਦਿਆਂ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਹੁਣ ਆ ਗਿਆ 2018, ਤਾਂ ਜੱਜਾਂ ਦੀ ਗਿਣਤੀ ਕਿੰਨੀ ਹੈ? 19, ਜਦ ਕਿ ਸਿਫਾਰਿਸ਼ 1987 ਚ ਕਿੰਨਿਆਂ ਦੀ ਕੀਤੀ ਜਾਂਦੀ ਹੈ ਕਿ ਘੱਟੋ ਘੱਟ 10 ਲੱਖ ਨਾਗਰਿਕਾਂ ਪਿੱਛੇ 50 ਜੱਜ ਹੋਣੇ ਚਾਹੀਦੇ ਆ। ਤਾਂ ਯਾਨੀ ਜੇ ਆਪਾਂ ਆਬਾਦੀ ਦੇ ਹਿਸਾਬ ਨਾਲ ਦੇਖੀਏ, ਮੁਕੱਦਮੇਬਾਜ਼ੀ ਦੇ ਹਿਸਾਬ ਨਾਲ ਦੇਖੀਏ ਤੇ ਇਹ ਤੇ ਜਿਹੜਾ ਅਨੁਪਾਤ 50 ਦਾ ਉਹ ਵੀ ਥੋੜਾ ਪੈਂਦਾ ਮੇਰੇ ਖਿਆਲ ਦੇ ਨਾਲ 80-90 ਚਾਹੀਦੇ ਆ। ਜਿਸ ਤਰੀਕੇ ਨਾਲ ਆਬਾਦੀ ਵਧੀ ਹੈ, ਜਿਸ ਤਰੀਕੇ ਨਾਲ ਕੇਸਾਂ ਦੀ ਤਾਦਾਦ ਵਧੀ ਆ। ਸੋ ਇਸ ਲਿਹਾਜ਼ ਨਾਲ ਦੇਖੀਏ ਤੇ ਜੱਜਾਂ ਦਾ ਤਾਂ ਕੰਮ ਕਰਨ ਦਾ ਜਿਹੜਾ ਰੰਗ ਢੰਗ ਆ ਉਹ ਨਾ ਸਿਰਫ ਪ੍ਰਭਾਵਿਤ ਹੁੰਦਾ ਬਲਕਿ ਜੁਡੀਸ਼ਰੀ ਦੇ ਵਿੱਚ ਜਿਹੜੇ ਲੋਕ ਵਿਕਟਮ ਹੁੰਦੇ ਆ ਜਾਂ ਜਿਹੜੇ ਲੋਕ ਇਨਸਾਫ ਦੇ ਉਡੀਕਵਾਨ ਹੁੰਦੇ ਆ ਉਹਨਾਂ ਨੂੰ ਵੀ ਨਿਰਾਸ਼ਾ ਮਿਲਦੀ ਹੈ, ਕਿਉਂਕਿ ਜੁਡੀਸ਼ਰੀ ਦੀ ਪ੍ਰਕਿਰਿਆ ਜਿਹੜੀ ਉਹ ਉਦੋਂ ਸਲੋ ਹੋ ਜਾਏਗੀ ਜਦੋਂ ਪੂਰਨ ਤੌਰ ਤੇ ਉਹਦੇ ਕੋਲ ਜੱਜ ਹੀ ਨਹੀਂ ਹੋਣਗੇ। ਜੀ ਜੀ ਜੀ। ਅਗਲੀ ਗੱਲ ਕਰਦੇ ਹਾਂ, ਕਹਿੰਦੇ ਸ਼ਿਵ ਸੈਨਾ ਵਾਲਾ ਜਿਹੜਾ ਨਿਸ਼ਾਂਤ ਸ਼ਰਮਾ ਆ ਉਸ ਦੇ ਉੱਤੇ ਜੇਲ੍ਹ ਦੇ ਵਿੱਚ ਚਾਕੂ ਨਾਲ ਹਮਲਾ। ਦੇਖੋ ਇਹਨੂੰ ਸਜ਼ਾ ਹੋਈ ਹੈ ਇੱਕ ਫਰਾਡ ਦੇ ਕੇਸ ਵਿੱਚ। ਵੈਸੇ ਤੇ ਇਹ ਆਪਣੇ ਆਪ ਨੂੰ ਸ਼ਿਵ ਸੈਨਿਕ ਕਹਿੰਦੇ ਆ
ਕਿ ਸ਼ਿਵ ਦੀ ਸੈਨਾ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਫਰਾਡ ਕਰ ਲਿਆ ਉਹਦੇ ਨਾਲ, ਉੱਥੇ ਠੱਗੀ ਮਾਰ ਲਈ, ਉੱਥੋਂ ਠੱਗੀ ਮਾਰ ਲਈ, ਕਿੱਦਾਂ ਦੀ ਪਹਿਲੇ ਕਿਹਾ। ਉੱਦਾਂ ਇਹ ਕਹਿੰਦੇ ਆ ਕਿ ਅਸੀਂ ਰਾਸ਼ਟਰਵਾਦੀ ਹਾਂ। ਠੱਗੀ ਵੀ ਕਿੰਨੇ ਦੀ ਆ ਮੇਰੇ ਖਿਆਲ ਦੇ ਨਾਲ, ਜਿਹੜੀ ਇਹਨੂੰ 4 ਸਾਲ ਕੈਦ ਕਰਾ ਕੇ ਗਈ ਹੈ, ਠੱਗੀ ਵੀ ਮੈਂ ਸਵਾ ਕੁਲਾ ਕਰਦੀ ਹੈ। ਉਹਦੇ ਵਿੱਚੋਂ ਵੀ 2 ਚੈੱਕ ਇਹਨਾਂ ਨੇ ਮੋੜੇ ਸੀਗੇ, ਇੱਕ 15,000 ਦਾ, ਇੱਕ 20,000 ਦਾ। ਬਾਅਦ ਦੇ ਵਿੱਚ ਕਹਿੰਦੇ ਕਿ ਭਾਜਾ ਤੋਂ ਸਾਡੇ ਕੋਲ ਇੰਨੇ ਕੀ ਆ। ਉਹ ਜਿਹੜਾ ਬੰਦਾ ਸੀਗਾ ਉਹਨੇ ਚੱਕ ਕੇ ਮੁਕੱਦਮਾ ਕਰ ਦਿੱਤਾ, ਉਹਨੂੰ ਇਨੋਵਾ ਦਿੱਤੀ ਸੀਗੀ ਇਹਨਾਂ ਨੇ, ਸ਼ਾਇਦ ਸੌਦਾ ਕੀਤਾ ਸੀਗਾ, ਮੁੜ ਕੇ ਇਨੋਵਾ ਦਿੱਤੀ ਨਹੀਂ, ਪੈਸੇ ਉੱਥੋਂ ਲੈ ਲਿਆ, ਤਬਾਕੁਲਾ ਕਰਦੀ ਆ। ਆਹ ਰੌਲਾ ਸੀਗਾ ਉਹਦੇ ਚ। ਇਹਨੂੰ 4 ਸਾਲ ਦੀ ਸਜ਼ਾ ਹੋ ਗਈ, ਇਹਦੇ ਨਾਲ ਦੇ ਤੇ ਪੇਸ਼ ਨਹੀਂ ਕਰਨ ਹੋਏ, ਉਹਦੇ ਭਗੌੜੇ ਆ ਹਾਲੇ ਵੀ, ਤੇ ਇਹ ਰਗੜਿਆ ਗਿਆ। 4 ਸਾਲ ਦੀ ਇਹਨੂੰ ਕੈਦ ਬੋਲ ਗਈ, ਤੇ ਹੁਣ ਜਦੋਂ ਇਹਨੂੰ ਰੋਪੜ ਦਾ ਘੱਲਿਆ ਜੇਲ੍ਹ ਦੇ ਵਿੱਚ ਅਦਾਲਤ ਨੇ, ਉੱਥੇ ਇਹਦੇ ਤੇ ਹਮਲਾ ਹੋਇਆ। ਹੁਣ ਇਹ ਜਿਹੜੇ ਬਾਈਟ ਦੇ ਰਿਹਾ ਸੀਗਾ ਉਹਦੇ ਵਿੱਚ ਕਹਿੰਦਾ ਪਿਆ ਸੀਗਾ ਕਿ ਰਮਨਦੀਪ ਸਿੰਘ ਬੱਗਾ ਤੇ ਕੁਛ ਉਹਦੇ ਸਾਥੀਆਂ ਨੇ ਮੇਰੇ ਤੇ ਹਮਲਾ ਕੀਤਾ, ਕੰਬਲ ਪਾ ਕੇ ਮੈਨੂੰ ਕੁੱਟਿਆ, ਇਹ ਕਾਫੀ ਕਰਲਾਉਂਦਾ ਪਿਆ ਸੀਗਾ, ਮੇਰੇ ਸੱਟਾਂ ਮਾਰੀਆਂ ਜੀ, ਇਹ ਕੀਤਾ, ਉਹ ਕੀਤਾ, ਜੋ ਕੀਤਾ। ਦੇਖੋ ਸੱਟਾਂ ਵਾਲੀ ਜਿਹੜੀ ਇਹ ਵਾਰਦਾਤ ਹੋਈ ਆ, ਇਹ ਅਦਾਲਤੀ ਹੁਕਮਾਂ ਤੋਂ ਬਾਅਦ ਜਦੋਂ ਇਸ ਤਰ੍ਹਾਂ ਬੰਦੇ ਨੂੰ ਅੰਦਰ ਖੜਿਆ ਜਾਂਦਾ ਤਾਂ ਯਕਦਮ ਇਸ ਤਰ੍ਹਾਂ ਦਾ ਹਮਲਾ ਹੋ ਜਾਣਾ, ਉਹ ਆਪਣੇ ਆਪ ਦੇ ਵਿੱਚ ਜੇਲ੍ਹ ਪ੍ਰਬੰਧਾਂ ਤੇ ਕਈ ਕਿਸਮ ਦੇ ਸਵਾਲ ਖੜੇ ਕਰਦਾ ਹੈ। ਤੇ ਅਦਾਲਤ ਦੇ ਵਿੱਚੋਂ ਜਿਉਂ ਹੀ ਬੰਦਾ ਜੇਲ੍ਹ ਚ ਜਾਂਦਾ, ਇਹਦਾ ਮਤਲਬ ਕਿ ਸਾਰੀ ਤਿਆਰੀ ਉਹਨਾਂ ਨੇ ਕੀਤੀ ਹੋਈ, ਪਤਾ ਸੀਗਾ ਕਿ ਬੰਦਾ ਆ ਰਿਹਾ। ਤਾਂ ਇਹਦੇ ਵਿੱਚ ਹੁਣ ਇਹਨਾਂ ਨੂੰ ਵੇਖਣਾ ਚਾਹੀਦਾ ਸੀਗਾ ਕਿ ਜਿਸ ਤਰੀਕੇ ਨਾਲ ਇਹਨੇ ਹਰਕਤਾਂ ਕੀਤੀਆਂ ਹੋਈਆਂ, ਜਿਸ ਤਰੀਕੇ ਦੇ ਨਾਲ ਇਹਨੇ ਫੁਕਰਾਪੰਥੀ ਫੈਲਾਈ ਹੋਈ ਆ ਪਹਿਲਾਂ ਹਾਤੀ ਦੇ ਵਿੱਚ, ਤਾਂ ਇਹਦੀ ਲਾਗ ਡਟ ਹੈ ਤਾਂ ਕਿਹੜੀ ਜੇਲ੍ਹ ਦੇ ਵਿੱਚ ਇਹਨੂੰ ਭੇਜਿਆ ਜਾਵੇ। ਸਭ ਤੋਂ ਵੱਡੀ ਗੱਲ ਤੇ ਇਹ ਵੇਖਣ ਵਾਲੀ ਗੱਲ। ਤਾਂ ਹੁਣ ਇਹਨੂੰ ਭੇਜਿਆ ਉੱਥੇ ਗਿਆ ਜਿੱਥੇ ਉਹਨਾਂ ਨੇ ਜਾਂਦੇ ਇਹਨੂੰ ਖੜਕੈਂਤੀ ਕਰ ਦਿੱਤੀ ਆ। ਤਾਂ ਹੁਣ ਮਾੜੀਆਂ ਮੋਟੀਆਂ ਸੱਟਾਂ ਤੇ ਲੱਗੀਆਂ ਨੇ, ਤਾਂ ਕੁਛ ਅਖਬਾਰ ਤੇ ਕਹਿੰਦੇ ਕਿ ਕਾਫੀ ਗੰਭੀਰ ਸੱਟਾਂ ਨੇ, ਪਰ ਦੱਸਦੇ ਆ ਕਿ ਹਮਲਾ ਜਿਹੜਾ ਕਾਫੀ ਵੱਡਾ ਕੀਤਾ। ਤੋ ਇਹਦੇ ਵਿੱਚ ਹੁਣ ਇੱਕ ਚੀਜ਼ ਵੇਖਣ ਵਾਲੀ ਹੋਏਗੀ ਕਿ ਕੀ ਨਿਸ਼ਾਂਤ ਨੂੰ ਦੁਬਾਰਾ ਫਿੱਟ ਹੋਣ ਤੋਂ ਬਾਅਦ ਜੇਲ੍ਹ ਚ ਘੱਲਿਆ ਜਾਂਦਾ। ਜੇ ਜੇਲ੍ਹ ਚ ਘੱਲਿਆ ਜਾਂਦਾ ਤਾਂ ਕੀ ਉਸੇ ਜੇਲ੍ਹ ਚ ਘੱਲਿਆ ਜਾਊਗਾ, ਤੇ ਜੇ ਦੂਸਰੀ ਕਿਸੇ ਜੇਲ੍ਹ ਚ ਘੱਲਿਆ ਜਾਊਗਾ ਤਾਂ ਫਿਰ ਉੱਥੇ ਇਹਦੇ ਸੁਰੱਖਿਆ ਦੇ ਪ੍ਰਬੰਧ ਕੀ ਹੋਣਗੇ। ਤੋ ਇਹਦੇ ਵਿੱਚ ਹੁਣ ਇਹ ਚੀਜ਼ ਜਿਹੜੀ ਆ ਉਹ ਜੇਲ੍ਹ ਪ੍ਰਬੰਧਨ ਨੂੰ ਵੇਖਣ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਦੀ ਬਾਹਰ ਖਹਿਬਾਜ਼ੀ ਹੁੰਦੀ ਆ, ਅੰਦਰ ਵੀ ਜਿਹੜੇ ਲੋਕ ਇਹਨਾਂ ਦੇ ਖਿਲਾਫ ਖੜੇ ਹੁੰਦੇ ਆ, ਤਾਂ ਉਹਨਾਂ ਤੋਂ ਇਹਨਾਂ ਨੂੰ ਦੂਰ ਕਿੱਦਾਂ ਰੱਖਿਆ। ਅੱਗੇ ਸੂਰੀ ਇਸ ਤਰ੍ਹਾਂ ਅੰਦਰ ਗਿਆ ਸੀਗਾ ਤਾਂ ਉਹਨੂੰ ਕਾਫੀ ਉਹਨਾਂ ਨੇ ਲੁਕੋ ਕੇ ਰੱਖ ਲਿਆ ਸੀਗਾ, ਉਹਦੇ ਲਈ ਅਲੱਗ ਪ੍ਰਬੰਧ ਕਰ ਲਿਆ ਸੀਗਾ। ਤਾਂ ਇਹ ਜਿਹੜਾ ਨਿਸ਼ਾਨ ਆ, ਇਹਨੂੰ ਪਹਿਲੇ ਦਿਨ ਜਿਸ ਤਰੀਕੇ ਨਾਲ ਹਮਲੇ ਦਾ ਸਾਹਮਣਾ ਕਰਨਾ, ਤਾਂ ਮੇਰੇ ਖਿਆਲ ਦੇ ਨਾਲ ਜੇਲ੍ਹ ਪ੍ਰਬੰਧਨ ਨੂੰ, ਚਾਹੇ ਕੋਈ ਵੀ ਆ, ਦੇਖੋ ਜਿੰਨੀ ਮਰਜ਼ੀ ਕਿਸੇ ਨਾਲ ਲੱਗਦਾ ਹੋਵੇ, ਜਿਹੋ ਜਿਹਾ ਮਰਜ਼ੀ ਕਿਸੇ ਦਾ ਕਿਰਦਾਰ ਹੋਵੇ, ਜਿਹੋ ਜਿਹਾ ਮਰਜ਼ੀ ਕੋਈ ਕਾਰਜ ਵਿਹਾਰ ਹੋਵੇ, ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦਾ ਹਮਲਾ ਜਿਹੜਾ ਉਹ ਕੋਈ ਨਹੀਂ ਕਰ ਸਕਦਾ ਕਿਸੇ। ਤੇ ਜੇ ਇਸ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਉਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਜੇਲ੍ਹ ਪ੍ਰਬੰਧਨ ਤੇ ਹੁੰਦੀ ਹੈ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਨਿਸ਼ਾਂਤ ਸ਼ਰਮਾ ਦੀ ਡਿਊਟੀ ਵਾਸਤੇ ਪ੍ਰਬੰਧ ਕੀ ਕੀਤਾ ਜਾਂਦਾ, ਕਿਉਂਕਿ ਬਾਹਰ ਹੁੰਦਾ ਫਿਰ ਤੇ ਰੋਕ ਲਾ ਕੇ ਹੋ ਸਕਦਾ 4 ਗਨਮੈਨ ਹੋਰ ਲੈ ਲੈਂਦਾ, ਉੱਥੇ ਤੇ ਗਨਮੈਨ ਮਿਲਣੇ ਨਹੀਂ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਕੱਲ੍ਹ ਛੱਡਿਆ ਜਾਵੇਗਾ ਪੌਂਗ ਬੰਨ੍ਹ ਤੋਂ ਪਾਣੀ, ਦਰਜਨਾਂ ਪਿੰਡਾਂ ਦੇ ਵਿੱਚ ਹਾਈ ਅਲਰਟ। ਦੇਖੋ ਇਸ ਜਲ ਦੇ ਜਲਜਲੇ ਨੇ ਵਾਕਈ ਪਾਣੀ ਕੀਤਾ ਪਿਆ ਲੋਕਾਂ ਨੂੰ। ਉਹਦਾ ਇੱਕ ਖੁਸ਼ਗਵਾਰ ਖਬਰ ਜਿਹੜੀ ਅੱਜ ਰਹੀ ਉਹ ਇਹ ਰਹੀ ਹੈ ਕਿ 3-4 ਦਿਨਾਂ ਬਾਅਦ ਅੱਜ ਦਿਨ ਜਿਹੜਾ ਸੀਗਾ ਉਹ ਸਾਫ਼ ਹੋ ਗਿਆ, ਮਤਲਬ ਕਿ ਨਿਖਰਿਆ ਦਿਨ, ਧੁੱਪ ਚੜੀ, ਮੀਂਹ ਅੱਜ ਰੁਕਿਆ। ਪੰਜਾਬ ਦੇ ਵਿੱਚ ਹਾਲਾਤ ਥੋੜੇ ਜਿਹੇ ਸੁਖਾਵੇਂ ਹੋਇਆ, ਪਰ ਅਫਸੋਸ ਦੀ ਗੱਲ ਇਹ ਆ ਕਿ ਪਹਾੜਾਂ ਤੇ ਮੀਂਹ ਪੈਂਦਾ ਰਿਹਾ, ਕਿਉਂਕਿ ਪਹਾੜਾਂ ਤੇ ਪੈਂਦਾ ਮੀਂਹ ਹੈ ਜਿਹੜਾ ਉਹ ਪੰਜਾਬ ਨੂੰ ਓਨਾ ਹੀ ਡਰਾਉਂਦਾ ਜਿੰਨਾ ਪੰਜਾਬ ਦਾ ਮੀਂਹ ਉਹਨਾਂ ਪੰਜਾਬ ਨੂੰ ਡਰਾਉਂਦਾ, ਕਿਉਂਕਿ ਪਹਾੜਾਂ ਵਾਲਾ ਪਾਣੀ ਤੁਹਾਨੂੰ ਪਤਾ ਰਿੜ ਕੇ ਥੱਲੇ ਆਉਣਾ। ਇਹ ਵੈਸੇ ਬਦਕਿਸਮਤੀ ਹੈ ਪੰਜਾਬ ਦੀ ਕਿ ਪਹਾੜਾਂ ਦਾ ਨੁਕਸਾਨ ਵੀ ਹੈ ਜਿਹੜਾ ਉਹ ਝੱਲਣਾ ਪੰਜਾਬ ਨੂੰ ਪੈਂਦਾ, ਪਰ ਜਦੋਂ ਪੰਜਾਬ ਨੂੰ ਆਪਣੇ ਪਾਣੀ ਦੀ ਜ਼ਰੂਰਤ ਪੈਂਦੀ ਆ ਉਦੋਂ ਆਂਢ ਗੁਆਂਢ ਹੱਥ ਫੇਰ ਕੇ ਲੈ ਜਾਂਦਾ। ਸੋ ਇਹਦੇ ਵਿੱਚ ਹੁਣ ਪੰਜਾਬ ਲਈ ਦਿੱਕਤ ਜਿਹੜੀ ਆ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਡੈਮ ਜਿੱਦਾਂ ਭਰੇ ਪਏ ਆ ਪਹਾੜਾਂ ਦੇ ਪਾਣੀ ਤੋਂ, ਜਿਸ ਤਰੀਕੇ ਨਾਲ ਲਬਾਲਬ ਹੋਇਆ, ਉਹਦੇ ਵਿੱਚ ਖਤਰਾ ਇਹ ਬਣਿਆ ਪਿਆ ਕਿ ਪੌਂਗ ਡੈਮ ਤੋਂ ਕੱਲ ਪਾਣੀ ਜਿਹੜਾ ਉਹ ਛੱਡਿਆ ਜਾ ਸਕਦਾ, ਕਿਉਂਕਿ ਇਹਦਾ ਪਾਣੀ ਦਾ ਪੱਧਰ ਹੈ ਜਿਹੜਾ 1388 ਫੀਟ ਤੇ ਪਹੁੰਚ ਗਿਆ, ਜਿਹੜਾ ਕਿ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਆ। ਇਹ ਅੱਜ ਵੀ ਜਿਹੜੇ CBMB ਵਾਲੇ ਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹੜਾ, ਉਹਨਾਂ ਦੀ ਇੱਕ ਬੈਠਕ ਹੋਈ ਆ, ਤੇ ਬੈਠਕ ਦੇ ਵਿੱਚ ਉਹਨਾਂ ਨੇ ਇੱਕ ਸਮੀਖਿਆ ਕੀਤੀ ਆ। ਤਾਂ ਜ਼ਰਾ ਦੀ ਗੱਲ ਆ ਕਿ ਜਿਹੜੀ ਸਮੀਖਿਆ ਹੋਈ ਹੋਏਗੀ ਉਹ ਪਾਣੀ ਛੱਡਣ ਨੂੰ ਲੈ ਕੇ ਹੋਏਗੀ, ਕਿਉਂਕਿ ਇਹਦੇ ਵਿੱਚ ਇੱਕ ਦਿੱਕਤ ਪਰੇਸ਼ਾਨੀ ਹੈ ਨਾ, ਜਿੱਦਾਂ ਹੁਣ ਆਪਾਂ ਉਦਾਹਰਨ ਲਈਏ ਕੇਰਲ ਦੀ, ਤਾਂ ਕੇਰਲ ਦੇ ਵਿੱਚ ਜਿਹੜਾ ਹੜ੍ਹ ਆਇਆ ਸੀਗਾ ਉਹਦੇ ਵਿੱਚ ਕਿਤੇ ਨਾ ਕਿਤੇ ਇਹੀ ਦਿੱਕਤ ਸੀਗੀ, ਕਿਤੇ ਨਾ ਕਿਤੇ ਇਹੀ ਵਜ੍ਹਾ ਸੀਗੀ ਕਿ ਪਾਣੀ ਛੱਡਣ ਦੇ ਵਿੱਚ ਵੀ ਮਿਸਮੈਨੇਜਮੈਂਟ ਹੋਈ ਸੀ। ਉਹ ਉਡੀਕ ਕਰਦੇ ਰਹੇ
ਅਖੀਰ ਇੰਨਾ ਪਾਣੀ ਜਮ੍ਹਾਂ ਹੋ ਗਿਆ ਕਿ ਜਦੋਂ ਛੱਡਿਆ ਫਿਰ ਉਹਨੇ ਛੱਡਿਆ ਹੀ ਕੱਖ। ਤਾਂ ਇਹ ਵੀ ਇੱਕ ਦਿੱਕਤ ਰਹਿੰਦੀ ਹੈ। ਤਾਂ ਜ਼ਿਆਦਾ ਦੀ ਗੱਲ ਆ ਕਿ ਜੇ ਇਹਨਾਂ ਦੀ ਬੈਠਕ ਹੋਈ ਆ, ਸਮੀਖਿਆ ਕੀਤੀ ਆ, ਤਾਂ ਫਿਰ ਇਹ ਮੁੱਦਾ ਜਿਹੜਾ ਜ਼ਰੂਰ ਵਿਚਾਰਿਆ ਗਿਆ ਹੋਊਗਾ ਕਿ ਕਿੰਨਾ ਪਾਣੀ ਛੱਡਿਆ ਜਾਵੇ ਤੇ ਕਦੋਂ ਛੱਡਿਆ ਜਾਵੇ। ਤਾਂ ਇੰਤਜ਼ਾਰ ਕੀਤਾ ਜਾ ਰਿਹਾ, ਹੋ ਸਕਦਾ ਕੱਲ ਨੂੰ ਪਾਣੀ ਜਿਹੜਾ ਛੱਡ ਦੇਣਾ। ਉਹਦਾ ਜਿਹੜਾ ਰਣਜੀਤ ਸਾਗਰ ਡੈਮ ਆ ਉਹਦੇ ਵਿੱਚ ਵੀ ਪਾਣੀ ਦਾ ਪੱਧਰ ਹੈ ਜਿਹੜਾ ਉਹ ਅੱਜ 526.29 ਮੀਟਰ ਤੱਕ ਪਹੁੰਚ ਗਿਆ, ਜਿਹੜਾ ਕਿ ਰਿਕਾਰਡ ਆ। ਔਰ ਇਹਦੀ ਪਾਣੀ ਰੋਕਣ ਦੀ ਉਹ 527 ਮੀਟਰ ਆ। ਲਾ ਲਓ ਸਾਹਿਬ ਇਹ ਬਿਲਕੁਲ ਲਾਗੇ ਹੀ ਉੱਤੇ ਪਹੁੰਚਿਆ ਪਿਆ ਕੰਮ। ਤਾਂ ਇਹ ਜਿਹੜੇ ਦੋਨੇ ਹੀ ਡੈਮ ਆ ਉਹਨਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਨੱਕੋ ਨੱਕ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਭਰਿਆ ਪਿਆ। ਤਾਂ ਦੂਸਰੇ ਪਾਸੇ ਪੰਜਾਬ ਦੇ ਕੁਛ ਹਿੱਸਿਆਂ 'ਚ, ਕੁਛ ਇਲਾਕਿਆਂ 'ਚ ਤੇ ਪਾਣੀ ਹੈ ਜਿਹੜਾ ਘਰਾਂ ਤੱਕ ਆ ਪਹੁੰਚਿਆ ਵਾ। ਅੱਜ ਦਾ ਸੁਲਤਾਨਪੁਰ ਲੋਧੀ ਦੇ ਨੇੜੇ ਬਿਆਸ ਨੇ ਮਾਰ ਕਰ ਦਿੱਤੀ ਆ। ਮਾਝੇ ਦੇ ਵਿੱਚ ਕੁਛ ਪਿੰਡ ਡੁੱਬੇ ਪਏ ਆ। ਸੋ ਦੇਖਣ ਵਾਲੀ ਗੱਲ ਹੁਣ ਇਹ ਆ ਕਿ ਕੀ ਪਹਾੜਾਂ ਦੇ ਵਿੱਚ ਬਾਰਿਸ਼ ਜਿਹੜੀ ਆ ਰੁਕੂਗੀ, ਔਰ ਦੂਸਰਾ ਇਹ ਆ ਕਿ ਕੀ ਡੈਮਾਂ ਦਾ ਜਿਹੜਾ ਪਾਣੀ ਆ ਉਹ ਇੱਧਰ ਨੂੰ ਜਦੋਂ ਛੱਡਿਆ ਜਾਊਗਾ ਤਾਂ ਹੋਰ ਮਾਰ ਕਰੂਗਾ ਜਾਂ ਜਿੰਨਾ ਕੁ ਹੈਗਾ ਚਲੋ ਉਹਦੇ ਨਾਲ ਹੀ ਗੁਜ਼ਾਰਾ ਹੋ ਜਾਊਗਾ। ਉਹ ਕੱਲ ਦਾ ਦਿਨ ਤੇ ਜਿਹੜਾ ਪਰਸੋਂ ਦਾ ਦਿਨ ਆ ਪੰਜਾਬ ਲਈ ਇਹ 2 ਦਿਨ ਮਹੱਤਵਪੂਰਨ ਆ। ਜੇ ਪਹਾੜਾਂ ਤੇ ਬਾਰਿਸ਼ ਰੁਕ ਜਾਂਦੀ ਆ ਜਿਹੜਾ ਇੱਧਰਲਾ ਪਾਣੀ ਉਹ ਥੋੜਾ ਘੱਟ ਜਾਂਦਾ ਤੇ ਬਾਕੀ ਜਿਹੜਾ ਪਾਣੀ ਛੱਡਿਆ ਜਾਂਦਾ ਦਰਿਆਵਾਂ ਦੇ ਵਿੱਚ ਉਹ ਬਹੁਤੀ ਮਾਰ ਨਹੀਂ ਕਰਦਾ, ਤੇ ਮੇਰੇ ਖਿਆਲ ਦੇ ਨਾਲ ਫੇਰ ਕੰਮ ਜਿਹੜਾ ਉਹ ਟਲ ਜਾਊਗਾ। ਪਰ ਫਿਰ ਵੀ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋ ਚੁੱਕਾ। ਮੈਂ ਮਾਝੇ ਦੀ ਖਬਰ ਪੜ੍ਹੀ ਜਾਂਦਾ ਸੀ, ਉੱਥੇ ਦੱਸਿਆ ਕਿ 1500 ਏਕੜ ਤੇ ਇੱਕ ਖਿੱਤੇ ਦੇ ਵਿੱਚ ਹੀ ਜਿਹੜੀ ਚੌਲਾਂ ਦੀ ਫਸਲ ਸੀਗੀ, ਇਹਦੇ ਵਿੱਚ ਬਾਸਮਤੀ, ਦੂਜਾ ਝੋਨਾ ਵੀ, ਉਹ ਸਾਰਾ ਖਰਾਬ ਹੋ ਗਿਆ। ਤੇ ਜੇ ਆਪਾਂ ਲਾ ਕੇ ਚੱਲੀਏ ਕਿ ਪੂਰੇ ਪੰਜਾਬ ਦੇ ਵਿੱਚ ਕਿੰਨਾ ਨੁਕਸਾਨ ਹੋ ਗਿਆ ਹੋਊਗਾ ਸਬਜ਼ੀ ਦਾ, ਝੋਨੇ ਦਾ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਨੁਕਸਾਨ ਤੇ ਆਲਰੇਡੀ ਹੋ ਚੁੱਕਾ। ਤਾਂ ਹੁਣ ਉਮੀਦ ਇਹੋ ਕਰਨੀ ਚਾਹੀਦੀ ਹੈ ਕਿ ਇਹਨਾਂ 2 ਦਿਨਾਂ 'ਚ ਇਹ ਨੁਕਸਾਨ ਵਧੇਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕਾਂਗਰਸੀ ਵਿਧਾਇਕ ਤੇ ਮੰਤਰੀ ਆਪੋ ਵਿੱਚ ਹੀ ਉਲਝੇ। ਦੇਖੋ ਇਹਨਾਂ ਦਾ ਕੰਮ ਇਹੀ ਆ ਕਿ ਇਹਨਾਂ ਨੇ ਵਿਹਲੇ ਨਹੀਂ ਬੈਠਣਾ ਹੁੰਦਾ। ਜੇ ਅਕਾਲੀਆਂ ਤੋਂ ਹਟਣ ਤੇ ਫਿਰ ਆਪਸ ਦੇ ਵਿੱਚ ਲੱਗ ਪੈਂਦੇ ਹੋ। ਉਹ ਪੰਜਾਬੀ 'ਚ ਮੁਹਾਵਰਾ ਨਹੀਂ ਕਿ ਨਾ ਕੰਮ ਤੇ ਨਾ ਕੰਮੋ ਵਿਹਲੀ, ਮਤਲਬ ਕਿ ਨਾ ਕੰਮ ਹੋਵੇ ਤਾਂ ਵੀ ਕੋਈ ਗੱਲ ਨਹੀਂ, ਕੋਈ ਨਾ ਕੋਈ ਪੰਗਾ ਛੇੜ ਲੈਣਾ, ਨਾ ਕੰਮ ਤੇ ਨਾ ਕੰਮੋ ਵਿਹਲੀ। ਇਹ ਵਿਧਾਇਕ ਆ ਜਿਹੜਾ ਦਰਸ਼ਨ ਸਿੰਘ ਬਰਾੜ ਖੋਟੇ, ਇਹ ਸਿੰਘ ਫਸਾਈ ਰੱਖਦਾ। ਇਹਦਾ ਸੁਭਾਅ ਇਹੋ ਜਿਹਾ ਕਿ ਆਪ ਬੁਲਾਏ ਦੁਪਹਿਰਾ। ਪਹਿਲਾਂ ਇੱਕ ਅਫਸਰ ਦੇ ਨਾਲ ਆਉਂਦੇ ਹੀ ਸਿੰਘ ਫਸਾ ਲਏ, ਉਹਨੂੰ ਉੱਥੇ ਤਲਬ ਕਰਾ ਲਿਆ। ਜੋ ਇਹਨਾਂ ਦੀ ਮਰਿਆਦਾ ਕਮੇਟੀ ਹੁੰਦੀ ਆ, ਵਿਧਾਨਕ ਮਰਿਆਦਾ ਕਮੇਟੀ ਜਿਹਨੂੰ ਕਹਿੰਦੇ ਵਿਧਾਨ ਸਭਾ ਦੀ, ਉੱਥੇ ਤਲਬ ਕਰਾਇਆ। ਪਹਿਲਾਂ ਉਹਦੇ ਨਾਲ ਕਾਫੀ ਨਿਆੜਾ ਲੈ ਰੱਖਿਆ। ਫਿਰ ਤੁਹਾਨੂੰ ਯਾਦ ਹੋਣਾ ਮਹੇਸ਼ਿੰਦਰ ਸਿੰਘ ਗਰੇਵਾਲ ਦੇ ਨਾਲ ਇਹਦਾ ਪੇਚਾ ਪੈ ਗਿਆ ਸੀ, ਨਿਹਾਲ ਸਿੰਘ ਵਾਲੇ, ਮਹੇਸ਼ਿੰਦਰ ਸਿੰਘ ਨਿਹਾਲ ਵਾਲੇ ਨਾਲ, ਉਹ ਗੈਂਗਸਟਰਾਂ ਦੇ ਨਾਲ ਤਾਲੁਕਾਤ ਦੇ ਮਾਮਲੇ। ਤਾਂ ਫਿਰ ਉਹਨਾਂ ਦੇ ਇਹਨਾਂ ਦੇ ਕਾਫੀ ਸਿੰਘ ਫਸੇ ਰਹੇ। ਹੁਣ ਮਾਮਲਾ ਕੀ ਆ ਕਿ ਕੁਛ ਦਿਨ ਪਹਿਲਾਂ ਜਿੱਦਾਂ ਇੱਥੇ ਚੋਣਾਂ ਹੋਈਆਂ, ਉਹਦੇ ਵਿੱਚ ਇਹਨਾਂ ਬੰਦਿਆਂ ਨੂੰ ਸ਼ੱਕ ਆ ਕਿ ਸਾਡੇ ਬੰਦਿਆਂ ਨੇ ਹੀ ਉਲਟ ਸਾਡੇ ਇੱਥੇ ਕੰਮ ਭੁਗਤਾਇਆ। ਤੇ ਇਹਨਾਂ ਨੇ ਪਹਿਲਾਂ ਤੇ ਕੱਲ ਕਿਹਾ ਕਿ ਇੱਕ ਮੰਤਰੀ ਨੇ ਸਾਡੀ ਮੁਖਾਲਫਤ ਕੀਤੀ ਹੈ, ਜਾਣੀ ਸਾਡੇ ਇਲਾਕੇ 'ਚ ਨਾ ਸਿਰਫ ਦਖਲਅੰਦਾਜ਼ੀ ਕੀਤੀ ਆ ਬਲਕਿ ਪ੍ਰਸ਼ਾਸਨ ਤੇ ਪੁਲਿਸ ਨੂੰ ਕਹਿ ਕੇ ਸਾਡੀ ਇੱਥੇ ਇਹਨਾਂ ਨੇ ਵਿਰੋਧਤਾ ਕੀਤੀ ਅੰਦਰ ਖਾਤੇ। ਤੇ ਅੱਜ ਦੱਸਦੇ ਆ ਕਿ ਨਾਮ ਹੀ ਲੈ ਦਿੱਤਾ ਉਸ ਮੰਤਰੀ ਦਾ। ਮੰਤਰੀ ਕੌਣ ਆ? ਗੁਰਪ੍ਰੀਤ ਸਿੰਘ ਕਾਂਗੜ। ਤੇ ਗੁਰਪ੍ਰੀਤ ਸਿੰਘ ਕਾਂਗੜ ਤੇ ਸਿੱਧਾ ਤੌਰ ਤੇ ਦੋਸ਼ ਲਾਇਆ ਕਿ ਇਹਨੇ ਆਪਣੇ ਹਲਕੇ 'ਚ ਕੰਮ ਕਰਨ ਦੀ ਥਾਂ ਤੇ ਸਾਡੇ ਹਲਕੇ 'ਚ ਟੰਗ ਅੜਾਉਣ ਦਾ ਕੰਮ ਕੀਤਾ ਔਰ SSP ਨੂੰ ਕਹਿ ਕੇ ਸਾਡੇ ਬੰਦਿਆਂ ਦੀਆਂ ਗੱਡੀਆਂ ਚੁਕਵਾਈ। ਕਿ ਜਦੋਂ ਅਸੀਂ ਗਏ ਗੱਡੀਆਂ ਛੁਡਵਾਉਣ ਤੇ ਉਹਨੇ ਸਪਸ਼ਟ ਕਹਿ ਦਿੱਤਾ ਕਿ ਤੁਹਾਡੇ ਮੰਤਰੀ ਤੇ ਗੱਡੀਆਂ ਚੁਕਾਉਣੀ। ਉਹ ਕਹਿੰਦਾ ਜੀ ਕਿ ਦੇਖੋ ਮੈਂ ਇਹੋ ਜਿਹਾ ਕੰਮ ਕਰਦਾ ਨਹੀਂ ਹੈ, ਮੈਨੂੰ ਕੀ ਲੋੜ ਆ, ਮੈਂ ਤੇ ਆਪਣੇ ਇਲਾਕੇ ਦੇ ਵਿੱਚ ਵਿਅਸਤ ਹਾਂ। ਕਹਿੰਦਾ ਮੈਂ ਤੇ ਇੱਜ਼ਤ ਬਹੁਤ ਇਹਨਾਂ ਦੀ ਕਰਦਾ, ਵੱਡੇ ਆ ਵਿੱਚੋਂ, ਈਗੋ ਦਾ ਕੋਈ ਸਾਡਾ ਕਲੈਸ਼ ਨਹੀਂ, ਹੱਲਣਾ ਨਹੀਂ, ਦੇਣਾ ਨਹੀਂ, ਕੋਈ ਦਿਲ ਦੇ ਵਿੱਚ ਦਵੈਸ਼ ਨਹੀਂ ਹੈ। ਫਿਰ ਦੂਜੀ ਚੀਜ਼ ਉਹ ਕਹਿੰਦਾ ਕਿ ਦੇਖੋ ਮੈਂ ਤੇ ਇੰਨਾ ਸਤਿਕਾਰ ਕਰਦਾ, ਜੇ ਕੋਈ ਬੰਦਾ ਆਵੇ ਇਹਨਾਂ ਦੇ ਇਲਾਕੇ ਦਾ ਕਵੇ ਕਿ ਮੰਤਰੀ ਸਾਹਿਬ ਆ ਕੰਮ ਕਰੋ, ਤੇ ਕਹਿੰਦਾ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਭਾਈ ਤੁਸੀਂ ਜਾਓ ਉਹਨਾਂ ਦੇ ਕੋਲ, ਉਹਨਾਂ ਦਾ ਟੈਲੀਫੋਨ ਕਰਾਓ ਫਿਰ ਕਰੋ। ਮਤਲਬ ਕਿ ਮੰਤਰੀ ਏਡਾ ਬੀਬਾ, ਉਹ ਕਹਿੰਦਾ ਕਿ ਪਹਿਲਾਂ ਉੱਥੋਂ ਟੈਲੀਫੋਨ ਕਰਾ ਕੇ ਲਿਓ ਫਿਰ ਤੁਹਾਡਾ ਕੰਮ ਕਰੂੰਗਾ ਮੈਂ। ਉਹ ਕਹਿੰਦਾ ਮੈਂ ਤੇ ਇਹਨਾਂ ਰਿਗਾਰਡ ਕਰਦਾ। ਤੇ ਦੂਜੀ ਚੀਜ਼ ਉਹ ਗਲਤੀ ਥੋੜੀ ਜਿਹੀ ਮੰਨ ਗਿਆ ਇਸ ਗੱਲੋਂ ਕਿ ਮੈਂ ਉਹਨੂੰ ਫੋਨ ਨਹੀਂ ਕੀਤਾ ਦਰਸ਼ਨ ਸਿੰਘ ਬਰਾੜ ਨੂੰ, ਮੇਰਾ ਫਰਜ਼ ਬਣਦਾ ਸੀ, ਮੈਂ ਨਿੱਕਾ ਸੀਗਾ, ਮੈਂ ਫੋਨ ਕਰਕੇ ਉਹਨਾਂ ਦੀ ਇਹ ਗਲਤਫਹਿਮੀ ਹੈ ਜਿਹੜੀ ਗਲਤ ਹੈ ਉਹ ਮੈਂ ਦੂਰ ਕਰਦਾ। ਸੋ ਇਹੋ ਜਿਹੀਆਂ ਹੁਣ ਇਹਨਾਂ ਦੀਆਂ ਦੋਵਾਂ ਦੀਆਂ ਸਟੇਟਮੈਂਟਾਂ ਨੇ। ਇੱਕ ਪਾਸੇ ਦਰਸ਼ਨ ਸਿੰਘ ਬਰਾੜ ਉਹਦਾ ਮੁੰਡਾ ਜਿਹੜਾ ਉਹ ਮੋਰਚਾ ਖੋਲੀ ਬੈਠੇ ਆ, ਮੰਤਰੀ ਸਾਹਿਬ ਹੈ ਜਿਹੜੇ
ਉਹ ਬੋਚ ਕੇ ਸ਼ਬਦਾਂ ਦਾ ਇਸਤੇਮਾਲ ਕਰਦੇ ਪਏ। ਤਾਂ ਕੁੱਲ ਮਿਲਾ ਕੇ ਉਹੀ ਕਹਾਣੀ ਆ ਕਿ ਕੱਕਾ ਕਾਂਗਰਸ ਕੱਕਾ ਕਲੇਸ਼। ਤਾਂ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਅੰਦਰ ਖਾਤੇ ਨਾਲੋਂ ਨਾਲ ਚੱਲਦੀਆਂ। ਸਿੱਧੂ ਦਾ ਵੀ ਮਾਮਲਾ ਤੁਹਾਨੂੰ ਪਤਾ ਹੀ ਆ ਕਿ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਅੰਦਰ ਖਾਤੇ ਵਿਰੋਧ ਦਾ ਚੱਲਦਾ ਪਿਆ। ਤਾਂ ਕਾਫੀ ਕੁਛ ਹੈ ਜਿਹੜਾ ਉਤਲ ਪੁਤਲ ਹੋ ਰਿਹਾ ਇਹਨਾਂ ਦਾ। ਆਉਣ ਵਾਲੇ ਦਿਨਾਂ 'ਚ ਲੱਗਦਾ ਹੈ ਕਿ ਕਾਂਗਰਸੀ ਉਹੀ ਜ਼ੋਰ ਜਿਹੜੇ ਕਿ ਅੱਗੇ ਦਿਖਾਉਂਦੇ ਰਹੇ ਖੁੱਲ੍ਹੇ ਰੂਪ ਦੇ ਵਿੱਚ ਹੁਣ ਥੋੜ੍ਹੇ ਜਿਹੇ ਟਿਕੇ ਆ, ਉਹ ਜ਼ੋਰ ਵਿਖਾਉਣ ਲੱਗ ਪੈਣਗੇ ਸਮੇਂ ਦੇ ਫੇਰ ਅਨੁਸਾਰ। ਜੀ ਜੀ। ਅਗਲੀ ਖਬਰ ਤੇ ਨਜ਼ਰ ਮਾਰਦੇ ਕਹਿੰਦੇ ਸਰਕਾਰ ਨੇ SHO ਤੇ ਕੀਤੀ ਕਾਰਵਾਈ। ਇਹ SHO ਤੇ ਇੱਕ ਭੂਤ ਸਵਾਰ ਹੋ ਗਿਆ ਸੀਗਾ ਲੀਡਰੀ ਦਾ। ਜਿਹੜੇ ਏਦਾਂ ਦੇ ਲੋਕ ਆ ਫਿਰ ਉਹ ਰੱਖਦੇ ਜਾਂਦੇ, ਇੱਕ ਦਿਨ 100 ਦਿਨ ਚੋਰ ਦਾ, ਇੱਕ ਦਿਨ ਸਾਦਾ। ਹੋਇਆ ਕਿ ਇਹਨਾਂ ਚੋਣਾਂ ਦੇ ਵਿੱਚ ਇਸ SHO ਦੀ ਇੱਕ ਫੋਟੋ ਵਾਇਰਲ ਹੋਈ ਸੀ। ਤਾਂ ਤੁਸੀਂ ਦੇਖਿਆ ਹੋਣਾ ਕਿ ਕੱਲ ਸੁਖਬੀਰ ਬਾਦਲ ਹੋਰਾਂ ਨੇ ਲੁਧਿਆਣੇ ਦੇ ਵਿੱਚ ਇੱਕ ਰੈਲੀ ਕੀਤੀ ਸੀ, ਯਾਨੀ ਵੱਡੀ ਰੈਲੀ ਦੀ ਤਿਆਰੀ ਦੇ ਵਜੋਂ ਇੱਕ ਛੋਟੀ ਰੈਲੀ ਕੀਤੀ ਸੀ। ਤਾਂ ਉਹਦੇ ਵਿੱਚ ਇੱਕ ਫੋਟੋ ਬਕਾਇਦਾ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਲਹਿਰਾ ਕੇ ਦਿਖਾਈ ਸੀ ਲੋਕਾਂ ਨੂੰ। ਤਾਂ ਫੋਟੋ ਇਸ ਸ੍ਰੀਮਾਨ SHO ਸਾਹਿਬ ਦੀ ਸੀ। ਤਾਂ ਇਹਦੇ ਵਿੱਚ ਕੀ ਸੀਗਾ ਕਿ SHO ਇੱਕ ਜਿਹੜੇ ਉੱਥੋਂ ਦੇ ਸਥਾਨਕ ਵਿਧਾਇਕ ਹੈ ਰਜਿੰਦਰ ਜਲਾਲਪੁਰ, ਮਦਨ ਲਾਲ ਜਲਾਲਪੁਰ ਦੇ ਭਾਈ ਹੈ ਜਿਹੜੇ, ਤਾਂ ਉਹਨਾਂ ਦੇ ਨਾਲ ਇਹ ਬੰਦਾ ਖੜ ਕੇ ਵਿਕਟਰੀ ਸਾਈਨ ਬਣਾ ਕੇ ਫੋਟੋ ਖਿਚਵਾਇਆ। ਤਾਂ ਮਤਲਬ ਕਿ ਚੋਣਾਂ ਜਿੱਤ ਗਏ। ਔਰ ਇਹ SHO ਹੈ, ਜਦੋਂ ਆਪਾਂ ਪਟਿਆਲੇ ਤੋਂ ਚੰਡੀਗੜ੍ਹ ਨੂੰ ਜਾਂਦੇ, ਜੀਰਕਪੁਰ ਨੂੰ ਜਾਂਦੇ, ਰਾਹ ਦੇ ਵਿੱਚ ਭਾਖੜਾ ਲੰਘਦੀ ਹੈ ਨੀਲੇ ਪਾਣੀ ਵਾਲੀ, ਤੇ ਉਹਦੇ ਬਿਲਕੁਲ ਕੰਢੇ ਤੇ ਇੱਕ ਥਾਣਾ ਖੇੜਾ ਗੰਢੀਆਂ। ਉਹ ਖੇੜਾ ਗੰਢੀਆਂ ਥਾਣਾ ਉਹ ਇੰਨੀ ਕੁ ਦੂਰ ਹੀ ਆ ਨਹਿਰ ਤੋਂ। ਜੇ ਆਪਾਂ ਉਹਦੇ ਤੋਂ ਗੇਂਦ ਸੁੱਟੀਏ ਚੰਗੀ ਤਰ੍ਹਾਂ ਜ਼ੋਰ ਨਾਲ ਤੇ ਜਾ ਕੇ ਨਹਿਰ 'ਚ ਬਿਲਕੁਲ ਕੰਢੇ ਤੇ ਆ। ਤਾਂ ਉੱਥੋਂ ਦਾ ਇਹ SHO ਸੀਗਾ। ਜਿਹੜਾ ਸਥਾਨਕ MLA ਆ ਮਦਨ ਲਾਲ ਜਲਾਲਪੁਰਾ, ਉਹਦੇ ਭਰਾ ਦੇ ਨਾਲ ਇਹਨੇ ਵਿਕਟਰੀ ਸਾਈਨ ਕਰਕੇ, ਜਿੱਦਾਂ ਕ੍ਰਿਕਟ ਦਾ ਵਰਲਡ ਕੱਪ ਜਾਂ ਕੋਈ ਜਿੱਤਦੇ ਆ ਤੇ ਮੁੜ ਕੇ ਉਹ ਦੋ ਉਂਗਲਾਈਆਂ ਕਰਕੇ ਫੋਟੋ ਖਿਚਾਉਂਦੇ ਆ, ਉੱਦਾਂ ਇਹਨੇ ਖਿਚਾਈ ਸੀਗੀ ਨਾਲ ਕਿ ਅਸੀਂ ਜਿੱਤ ਗਏ ਹਾਂ। ਤੇ ਸੁਖਬੀਰ ਬਾਦਲ ਕਹਿੰਦਾ ਕਿ ਜੇ ਇਸ ਤਰ੍ਹਾਂ ਹੀ ਕੰਮ ਕਰਨਾ, ਇਸ ਤਰ੍ਹਾਂ ਹੀ ਫੋਟੋ ਸੈਸ਼ਨ ਕਰਾਉਣੇ ਆ, ਤੇ ਕਿਉਂ ਨਹੀਂ ਤੁਸੀਂ DGP ਨੂੰ ਚੋਣ ਕਮਿਸ਼ਨਰ ਲਾ ਦਿੰਦੇ, ਕੰਮ ਹੀ ਨਿਬੜੇ ਪਰਾਂ, ਆਪਾਂ ਹੀ ਨਿਬੜੋ। ਤੁਹਾਡੇ ਥਾਣੇਦਾਰ ਆ ਜਿਹੜੇ ਉਹ ਤੇ ਵਿਕਟਰੀ ਸਾਈਨ ਕਰੀ ਜਾਂਦੇ। ਤਾਂ ਇਹ ਜਿਹੜੀ ਫੋਟੋ ਸੀ ਸਰਕਾਰ ਲਈ ਕਾਫੀ ਵੱਡਾ ਨਮੋਸ਼ੀ ਦਾ ਸਬੱਬ ਸੀਗਾ, ਕਿਉਂਕਿ ਇੱਕ ਥਾਣੇਦਾਰ ਸਿੱਧੇ ਰੂਪ ਦੇ ਵਿੱਚ ਵਰਦੀ ਪਾ ਕੇ ਵਿਕਟਰੀ ਸਾਈਨ ਬਣਾ ਕੇ ਕਾਂਗਰਸੀਆਂ ਨਾਲ ਫੋਟੋ ਖਿਚਵਾ ਰਿਹਾ ਸੀ। ਤਾਂ ਉਸ ਤੋਂ ਬਾਅਦ ਇਹਦੇ ਤੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਇਹਨੂੰ। ਪਰ ਮੇਰੇ ਖਿਆਲ ਦੇ ਨਾਲ ਲਾਈਨ ਹਾਜ਼ਰ ਨਾਲ ਕੰਮ ਨਹੀਂ ਚੱਲਣਾ, ਇਹਨੂੰ ਲਾਈਨ 'ਚ ਖੜਾ ਕਰਕੇ ਵਿਭਾਗੀ ਕਾਰਵਾਈ ਦਾ ਵੀ ਇਹਦੇ ਤੇ ਗਾਜ ਡਿੱਗਣੀ ਚਾਹੀਦੀ ਸੀ। ਕਿਉਂਕਿ ਇਸ ਤਰ੍ਹਾਂ ਦੀ ਦੇਖੋ, ਜੇ ਤੁਸੀਂ ਲੀਡਰੀ ਕਰਨੀ ਆ ਤੇ ਖੁੱਲ ਕੇ ਆ ਜਾਓ ਕਾਂਗਰਸ ਦੇ ਵਿੱਚ। ਉਹਨਾਂ ਨੇ ਕਿਹੜਾ ਬੈਨ ਲਾਇਆ ਪਾ ਕੇ ਉਹ ਤਿਰੰਗਾ ਜਿਹਾ, ਤੇ ਤੁਸੀਂ ਵੀ ਆ ਜਾਓ ਮੈਦਾਨ ਦੇ ਵਿੱਚ, ਕਿਹੜਾ ਕੋਈ ਰੋਕ ਟੋਕਿਆ। ਹਾਂ ਕੰਮ ਹੈ ਜਿਹੜਾ ਕਰਨਾ ਵਰਦੀ ਪਾ ਕੇ ਕਰਨਾ ਠੀਕ ਨਹੀਂ ਹੈ, ਸ਼ੋਭਾ ਨਹੀਂ ਦਿੰਦਾ। ਪਰ ਰੌਲਾ ਕੀ ਆ ਤੇ ਸਾਡੇ ਵੀ ਆ ਦੇਖ ਲਓ ਹੁਣ ਕਿੰਨੇ ਇਸ ਸਮੇਂ ਮੇਰੇ ਖਿਆਲ ਦੇ ਨਾਲ 2 ਤੇ ਵਿਧਾਇਕ ਇੱਦਾਂ ਦੇ ਹੈਗੇ ਆ ਜਿਹੜੇ ਪਹਿਲਾਂ ਅਫਸਰਸ਼ਾਹੀ ਤੋਂ ਦੇ ਕੇ ਫਿਰ ਅੰਦਰ ਖਾਤੇ ਕਾਂਗਰਸ ਦੇ ਨਾਲ ਗਾਠਾ ਸਾਠਾ ਕਰਕੇ ਤੇ ਹੁਣ ਕਾਂਗਰਸ ਦੀਆਂ ਟਿਕਟਾਂ ਲੈ ਕੇ ਵਿਧਾਇਕ ਬਣੇ ਪਏ ਆ। ਤਾਂ ਇਹ ਜਿਹੜਾ ਕੰਮ ਚੱਲਦਾ ਉਹ ਆਪਾਂ ਨੂੰ ਪਤਾ ਹੀ ਆ ਕਿ ਜਦੋਂ ਕੋਈ ਸਰਵਿਸ ਦੇ ਵਿੱਚ ਜਾਂਦਾ ਜਾਂ ਅੰਤਲੇ ਪੜਾਅ ਤੇ ਪਹੁੰਚਦਾ, ਫਿਰ ਉਹ ਗਾਢਾ ਸਾਡਾ ਕਰ ਲੈਂਦਾ ਕਿ ਲੈ ਮਿੱਤਰਾ ਮੈਂ ਤੇਰਾ ਵਫਾਦਾਰ, ਮੈਂ ਤੇਰਾ ਤਾਬੇਦਾਰ। ਬਸ ਕੰਮ ਇਹ ਆ ਕਿ ਜਦੋਂ ਮੈਂ ਰਿਟਾਇਰਮੈਂਟ ਤੋਂ ਬਾਅਦ ਵਿਹਲਾ ਹੋ ਜਾਵਾਂ ਤੇ ਮੈਨੂੰ ਵਿਹਲਾ ਨਾ ਛੱਡੀ ਕਿਸੇ ਕੰਮ ਲਾ ਦੀ। ਉਹ ਕਹਿੰਦਾ ਕੋਈ ਗੱਲ ਨਹੀਂ, ਟਿਕਟ ਦੇ ਦਾਂਗੇ ਪੂਰਾ ਪੂਰੀ। ਤਾਂ ਉਹ ਜਿਵੇਂ ਆਂਦੇ ਕਿ ਵਿਆਹ ਦੇ ਵਿੱਚ ਭੰਗੜਾ ਪਾਉਂਦਾ, ਫਿਰ ਉਹਨੇ ਕਿਤੇ 250 ਯੱਬਦਾ, ਫਿਰ ਤੂੰ ਵੀ ਯੱਬਦਾ। ਤਾਂ ਉਸ ਬੰਦੇ ਨੂੰ ਜਿਹੜਾ ਬੰਦਾ ਇਸ ਤਰ੍ਹਾਂ ਦੀ ਵਫਾਦਾਰੀ ਕਰਦਾ, ਫਿਰ ਵਰਤਦੀਆਂ ਸਿਆਸੀ ਤਨਜ਼ੀਮਾਂ। ਆਹੀ ਜਿਹੜਾ ਅਲਾਇੰਸ ਆ ਨਾ ਇਸ ਸਮੇਂ ਗੱਠਜੋੜ ਆ ਜਿਹੜਾ, ਇਹੀ ਖਤਰਨਾਕ ਗੱਠਜੋੜ ਹੈ ਡੈਮੋਕ੍ਰੇਸੀ ਵਾਸਤੇ, ਕਿ ਅਫਸਰਸ਼ਾਹੀ ਦੇ ਲੋਕ ਜਿਹੜੇ ਆ ਉਹ ਇਹਨਾਂ ਦੇ ਨਾਲ ਰਲ ਜਾਂਦੇ। ਜਿੱਦਾਂ ਹੁਣ ਬਹੁਤ ਸਾਰੇ ਅਫਸਰ ਆ, ਉਹਨਾਂ ਤੇ ਦੋਸ਼ ਹੀ ਲੱਗਦਾ ਕਿ ਉਹ RSS ਦੇ ਏਜੰਡੇ ਨੂੰ ਅੱਗੇ ਵਧਾ ਰਹੇ, ਮਤਲਬ ਕਿ ਤਨਖਾਹ ਲੈ ਰਹੇ ਆ ਪਬਲਿਕ ਦੀ, ਔਰ ਕਾਹਦੀ ਲੈ ਰਹੀ ਆ, ਕਾਹਦੇ ਵਾਸਤੇ ਲੈ ਰਹੇ ਆ, ਪਬਲਿਕ ਸਰਵਿਸ ਵਾਸਤੇ, ਔਰ ਕਰ ਕੀ ਰਹੇ ਆ ਕਿ ਇੱਕ ਏਜੰਡੇ ਦਾ ਪ੍ਰਸਾਰ। ਸੋ ਇਹ ਚੀਜ਼ ਜਿਹੜੀ ਹੈ ਤਾਕਤ ਹੈ। ਅਸੀਂ ਕਿੰਨੇ ਵਾਰੀ ਦੇਖਿਆ ਕਿ ਜਿਹੜੇ ਜੱਜਾਂ ਨੇ ਕੰਟਰੋਵਰਸ਼ੀਅਲ ਫੈਸਲੇ ਦਿੱਤੇ ਆ, ਬਾਅਦ ਦੇ ਵਿੱਚ ਕਿਸੇ ਨੂੰ ਰਾਜਪਾਲ ਲਾ ਦਿੱਤਾ ਜਾਂ ਕਿਸੇ ਨੂੰ ਚੇਅਰਮੈਨ ਲਾ ਦਿੱਤਾ। ਤਾਂ ਇਹ ਜਿਹੜਾ ਕੰਮ ਚੱਲਦਾ ਇਹ ਨਹੀਂ ਚੱਲਣਾ ਚਾਹੀਦਾ, ਰੋਕਣਾ ਚਾਹੀਦਾ। ਇਸ ਤਰ੍ਹਾਂ ਦੇ ਜਿਹੜੇ SHO ਆ ਜਿਹੜੇ ਸ਼ੌਕੀਨ ਆ ਕਿ ਰਾਜਨੀਤੀ ਦੇ ਵਿੱਚ ਹੱਥ ਅਜ਼ਮਾਏ ਜਾਣ, ਇਹਨਾਂ ਤੋਂ ਵਰਦੀਆਂ ਲੈ ਕੇ ਕਿਸੇ ਬੇਰੁਜ਼ਗਾਰ ਨੂੰ ਦਿੱਤੀਆਂ ਜਾਣ, ਇਹਨਾਂ ਨੂੰ ਕਹਿ ਦਿੱਤਾ ਜਾਵੇ ਕਿ ਜਾਓ ਰੈਲੀਆਂ 'ਚ ਨਾਅਰੇ ਲਾਓ, ਤੁਹਾਡਾ ਇਹੀ ਕੰਮ ਹੈ। ਜੀ ਜੀ। ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਪੰਜਾਬ ਦੇ ਦਿਹਾਤੀ ਪਰਿਵਾਰ ਦੇਸ਼ ਵਿੱਚ ਸਭ ਤੋਂ ਖਰਚੀਲੇ। ਕਮਾਲ ਦੀ ਗੱਲ ਆ। ਅਸੀਂ ਤੇ ਕਹਿੰਦੇ ਆ ਕਿ ਪੰਜਾਬ ਦਾ ਦਿਹਾਤ ਆ ਜਿਹੜਾ ਉਹ ਰਗੜਿਆ ਪਿਆ। ਇਸ ਰਿਪੋਰਟ ਦੇ ਵਿੱਚ ਤੇ ਫਿਰ ਉਲਟਾ ਹੀ ਆ ਕੰਮ ਸਾਰਾ।
ਵੈਸੇ ਜਿਹੜਾ ਇਹ ਸਰਵੇ ਆਇਆ ਇਹ ਨਾਬਾਰਡ ਨੇ ਕੀਤਾ, ਆਲ ਇੰਡੀਆ ਫਾਈਨੈਂਸ਼ੀਅਲ ਇਨਕਲੂਜਨ ਸਰਵੇ 2016-17 ਦਾ। ਜਿਹੜੀ ਇਹਦੀ ਰਿਪੋਰਟ ਸਾਹਮਣੇ ਆਈ ਆ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੋਟ ਕਰਨ ਵਾਲੀਆਂ ਨੇ। ਜਿੱਦਾਂ ਉਦਾਹਰਨ ਦੇ ਤੌਰ ਤੇ ਇਹਨਾਂ ਨੇ 29 ਰਾਜਾਂ ਦੇ 245 ਜ਼ਿਲ੍ਹਿਆਂ ਦੇ 40,327 ਪਰਿਵਾਰਾਂ ਦੀ ਰਾਏ ਲਈ ਹੈ। ਇੱਕ ਬਹੁਤ ਵੱਡਾ ਫਿਗਰ ਹੈ, 40,000 ਪਰਿਵਾਰਾਂ ਦੇ ਆਧਾਰ ਤੇ ਇਹ ਸਰਵੇ ਕੀਤਾ। ਤਾਂ ਇਹਦੇ ਵਿੱਚ ਕੀ ਆਇਆ ਕਿ ਪੰਜਾਬ ਟੌਪ ਤੇ ਆ, ਯਾਨੀ ਪਰਿਵਾਰ ਦੀ ਜਿਹੜੀ ਆਮਦਨੀ ਹੈ, ਜਿਹਨੂੰ ਆਪਾਂ ਮਹੀਨਾਵਾਰ ਆਮਦਨੀ ਕਹਿੰਦੇ, ਉਹ 16,000 ਰੁਪਈਆ ਹੈ, 16,020 ਰੁਪਈਏ। ਤਾਂ ਜਿਹੜਾ ਖਰਚ ਆ ਉਹ ਹੈਗਾ 11,770। ਤਾਂ ਬਚਤ ਕਿੰਨੀ ਰਹਿ ਗਈ? 4313। ਮਤਲਬ ਕਿ ਉਹ ਸਾਰਾ ਖਰਚ ਕਰਕੇ ਜਿੰਨੀ ਉਹਦੀ ਕਮਾਈ ਹੈ, ਜਿੰਨੀ ਉਹਦੀ ਆਮਦਨ ਆ, ਫਿਰ ਵੀ ਉਹ 4313 ਰੁਪਈਏ ਬਚਾ ਰਿਹਾ। ਹਰਿਆਣੇ ਦਾ ਇਹ ਫਿਗਰ ਆ, ਇਹਨਾਂ ਦੀ ਆਮਦਨ ਹੈ ਜਿਹੜੀ 12,072 ਰੁਪਈਏ ਆ, ਖਰਚ ਹੈ ਜਿਹੜਾ 8646 ਰੁਪਈਏ, ਯਾਨੀ ਖਰਚ ਦੇਖ ਲਓ ਕਿੰਨਾ ਘੱਟ ਗਿਆ ਉਹਨਾਂ ਦਾ। ਤਾਂ ਬਚਤ 3426 ਰੁਪਈਏ, ਯਾਨੀ ਸਾਡਾ ਜਿਹੜਾ ਖਰਚ ਆ ਉਹ ਆਲਮੋਸਟ 12,000 ਆ ਇੱਕ ਪਰਿਵਾਰ ਦਾ। ਤਾਂ ਹਰਿਆਣਾ ਜਿਹੜਾ ਉਹਦਾ ਆ ਜਾਂਦਾ ਖਰਚ ਆਲਮੋਸਟ 8,500। ਜੇ ਹਿਮਾਚਲ ਦੀ ਗੱਲ ਕਰੀਏ ਇੰਨਾ ਹੀ ਉਹਨਾਂ ਦਾ। ਜੇ ਗੁਜਰਾਤ ਦੀ ਗੱਲ ਕਰੀਏ ਖਰਚਾ ਉਹਨਾਂ ਦਾ 7490 ਰੁਪਈਏ ਪਰਿਵਾਰ ਦਾ ਇੱਕ। ਮਹਾਰਾਸ਼ਟਰ 6821 ਹੈ। ਰਾਜਸਥਾਨ ਜਿੱਥੇ ਆਮਦਨ ਹੈਗੀ ਆ 8338 ਤੇ ਖਰਚ ਹੈਗਾ 7039 ਰੁਪਈਏ, ਬਚਤ ਹੈਗੀ 1299 ਰੁਪਈਏ। ਛੱਤੀਸਗੜ੍ਹ ਦੀ ਏਦਾਂ ਹੀ ਆ ਕਿ 7272 ਰੁਪਈਏ ਆਮਦਨ ਆ, 5607 ਰੁਪਈਏ ਖਰਚਾ, 1665 ਰੁਪਈਏ ਜਿਹੜੀ ਬਚਤ ਹੈ ਉਹਨਾਂ ਦੀ। ਸੋ ਇਸ ਤਰ੍ਹਾਂ ਜੇ ਦੇਖਿਆ ਜਾਵੇ ਤਾਂ ਪੰਜਾਬ ਆਮਦਨ ਦੇ ਮਾਮਲੇ 'ਚ ਵੀ ਟੌਪ ਤੇ ਆ, ਤੇ ਖਰਚ ਦੇ ਮਾਮਲੇ 'ਚ ਵੀ ਟੌਪ ਤੇ ਆ, ਔਰ ਬਚਤ ਦੇ ਮਾਮਲੇ 'ਚ ਵੀ ਟੌਪ। ਇਹ ਤਿੰਨ ਚੀਜ਼ਾਂ ਨੇ। ਹੁਣ ਤਿੰਨਾਂ ਚੀਜ਼ਾਂ 'ਚੋਂ ਇਹ ਜਿਹੜਾ ਖਰਚ ਆ ਅਸਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਪੁਆੜਿਆਂ ਦੀ ਜੜ ਹੋਈ। ਤੇ ਸਾਡਾ ਜਿਹੜਾ ਖਰਚ ਆਮਦਨ ਠੀਕ ਆ, ਮਿਹਨਤੀ ਲੋਕ ਆ, ਕਮਾਈ ਬਹੁਤ ਆ, ਜ਼ਰਖੇਜ਼ ਭੂਮੀ ਦੇ ਮਾਲਕ ਆ, ਔਰ ਪਾਣੀ ਹਾਲੇ ਵੀ ਇਹਨਾਂ ਦੇ ਪੱਖ ਦੇ ਵਿੱਚ ਆ, ਸਭ ਕੁਝ ਠੀਕ ਠਾਕ ਜਾ ਰਿਹਾ। ਤਾਂ ਆਮਦਨ ਠੀਕ ਆ ਪਰ ਖਰਚਾ ਜ਼ਿਆਦਾ। ਤਾਂ ਇਹੀ ਵਜ੍ਹਾ, ਕਿਉਂਕਿ ਦੇਖੋ ਨਾ, ਇੱਕ ਚੀਜ਼ ਆਪਾਂ ਹੁਣ ਇਹਨੂੰ ਫਿਗਰ ਨੂੰ ਲੈ ਕੇ ਦੂਸਰੇ ਫਿਗਰ ਤੋਂ ਵੀ ਦੇਖੀਏ ਤਾਂ ਔਸਤਨ ਸਾਡੇ ਪਰਿਵਾਰਾਂ ਤੇ ਲੱਖ ਸਵਾ ਲੱਖ ਰੁਪਈਆ ਕਰਜ਼ਾ ਵੀ ਹੈ। ਤਾਂ ਜਿਹੜੇ ਲੱਖ ਸਵਾ ਲੱਖ ਰੁਪਈਏ ਦੇ ਕਰਜ਼ਾਈ ਪਰਿਵਾਰ ਦਾ ਖਰਚਾ ਇਹ ਆ ਕਿ 11,707 ਉਹ ਖਰਚਾ ਕਰ ਲੈਂਦਾ 16,020 ਰੁਪਈਏ ਦੀ ਕਮਾਈ ਚੋਂ, ਤਾਂ 4313 ਰੁਪਈਆ ਬਚਿਆ। ਉਹ ਜਿਹੜਾ ਕਰਜ਼ਾ ਉਹ ਵੀ ਤੇ ਮੋੜਨਾ ਹੈ ਨਾ, ਅੰਗਾ ਇਹ ਵੀ ਪੈਂਦਾ। ਸੋ ਇਹ ਬਹੁਤ ਮੇਰੇ ਖਿਆਲ ਦੇ ਨਾਲ ਇੱਕ ਸੋਚਣ ਵਿਚਾਰਨ ਵਾਲਾ ਵਿਸ਼ਾ, ਔਰ ਇਸ ਤਰ੍ਹਾਂ ਦੇ ਅਧਿਐਨ ਹੈ ਜਿਹੜੇ ਉਹ ਸਾਡੇ ਮਾਹਰਾਂ ਨੂੰ ਵੇਖਣੇ ਪੈਣਗੇ ਕਿ ਕਿੱਥੇ ਸਮੱਸਿਆ। ਮੇਰੇ ਖਿਆਲ ਦੇ ਨਾਲ ਇਹ ਇੱਕ ਸਮੱਸਿਆ ਦੀ ਜੜ ਹੋ ਸਕਦੀ ਹੈ ਕਿ ਸਾਡਾ ਖਰਚਾ ਜਿਹੜਾ ਉਹ ਆਮਦਨ ਦੇ ਮੁਕਾਬਲੇ ਬਹੁਤ ਜ਼ਿਆਦਾ। ਜੀ ਬਿਲਕੁਲ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਕੀ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹਾਸੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।